ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੰਘੂ ਬਾਰਡਰ ਤੋਂ ਲਾਈਵ ਹੋਏ ਹਾਂ। ਸਾਡੇ ਨਾਲ ਸੰਯੁਕਤ ਮੋਰਚੇ ਦੇ ਆਗੂ ਸਾਹਿਬਾਨ ਬਲਵੰਤ ਸਿੰਘ ਰਾਮਕੇ ਸਾਹਿਬ ਬੀਕੇਯੂ ਪੰਜਾਬ ਦੇ ਆਗੂ ਹਨ। ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ। ਜਿਹੜਾ ਸਾਡਾ ਦੀਵਾਲੀ ਦਾ ਤਿਉਹਾਰ ਆ ਰਿਹਾ ਉਹਦੇ ਬਾਰੇ ਗੱਲ ਕਰਦੇ ਹਾਂ। ਸਾਡੇ ਆਗੂ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਹਰਮੇਲ ਟੀਵੀ ਕਿਸਾਨ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜੋ ਆਪ ਜੀ ਹਰ ਰੋਜ਼ ਕਿਸਾਨ ਦੀਆਂ ਖਬਰਾਂ ਅਪਡੇਟ ਕਰਕੇ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਭੇਜਦੇ ਹੋ। ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ। ਇਹ ਆਗੂ ਸਾਹਿਬਾਨ ਜੀ, ਜਿਸ ਤਰ੍ਹਾਂ ਸਾਡੇ ਅੱਜ ਦੀਵਾਲੀ ਦਾ ਤਿਉਹਾਰ ਆ ਰਿਹਾ ਉਹਦੇ ਬਾਰੇ ਸੰਯੁਕਤ ਮੋਰਚਾ ਦੀ ਕੀ ਕਾਲ ਹੈ? ਦੇਖੋ, ਇਹ ਮੋਰਚਾ ਚੱਲਦਿਆਂ ਨੂੰ 11 ਮਹੀਨਿਆਂ ਤੋਂ ਉੱਤੇ ਹੋ ਗਏ ਨੇ। ਅਸੀਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਪਰ ਬੈਠੇ ਹੋਏ ਹਾਂ। ਇਸ ਸਮੇਂ ਸੰਘੂ ਬਾਰਡਰ 'ਤੇ ਆਪਾਂ ਬੈਠੇ ਹਾਂ, ਜਿੱਥੇ ਨੈਸ਼ਨਲ ਸਟੇਜ ਵੀ ਲੱਗਦੀ ਹੈ ਔਰ ਇੱਥੋਂ ਹੀ ਸਾਰੇ ਫੈਸਲੇ ਜਿਹੜੇ ਨੇ ਉਹ ਪੂਰੇ ਦੁਨੀਆ ਦੇ ਵਿੱਚ ਭੇਜੇ ਜਾਂਦੇ ਨੇ। ਆ ਤੁਹਾਡੇ ਸਾਹਮਣੇ 4 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਆ ਰਿਹਾ, ਜਿਹੜਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਆਪਣੇ ਆਪਣੇ ਪੱਧਰ 'ਤੇ ਆਪਣੀ ਆਪਣੀ ਰੀਤੀ ਦੇ ਮੁਤਾਬਕ ਮਨਾਇਆ ਜਾ ਰਿਹਾ। ਪਰ ਸਾਡੇ ਇਸ ਮੋਰਚੇ ਦੇ ਵਿੱਚ ਅਲੱਗ-ਅਲੱਗ ਬਾਰਡਰਾਂ 'ਤੇ ਜਿੰਨੇ ਵੀ ਕਿਸਾਨ ਮੋਰਚੇ ਲੱਗੇ ਹੋਏ ਨੇ, ਉਹਨਾਂ ਦੇ ਉੱਪਰ 700 ਦੇ ਕਰੀਬ ਜਿਹੜਾ ਕਿਸਾਨ ਉਹ ਸ਼ਹੀਦ ਹੋ ਚੁੱਕਾ। ਉਹ ਲਖੀਮਪੁਰ ਖੀਰੀ ਦੀ ਘਟਨਾ ਜਿਹੜੀ ਉਹ ਸਭ ਤੋਂ ਕਹਾਂਗੇ ਵੀ ਦਰਦਨਾਕ ਸੀਨ ਸੀਗਾ। ਉਸ ਤੋਂ ਵੀ ਇਲਾਵਾ ਜਿਹੜਾ ਟਿਕਰੀ ਬਾਰਡਰ 'ਤੇ ਸਾਡੀਆਂ ਮਾਤਾਵਾਂ ਨੂੰ ਇੱਕ ਟਿੱਪਰ ਥੱਲੇ ਕੁਚਲ ਕੇ ਸ਼ਹੀਦ ਕੀਤਾ ਗਿਆ, ਉਹਨਾਂ ਦੇ ਪਰਥਾਏ, ਉਹਨਾਂ ਦੇ ਸਬੰਧ ਵਿੱਚ ਅਸੀਂ ਬਾਰਡਰਾਂ ਦੇ ਉੱਪਰ ਅਪੀਲ ਕੀਤੀ ਹੋਈ ਹੈ ਵੀ ਕਿਸੇ ਵੀ ਤਰ੍ਹਾਂ ਦੀ ਆਤਿਸ਼ਬਾਜ਼ੀ ਜਾਂ ਪਟਾਕਾ ਕੋਈ ਨਾ ਚਲਾਇਆ ਜਾਵੇ। ਇਹਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਇਹ ਆ ਵੀ ਦੀਵਾਲੀ ਦੀ ਆੜ ਦੇ ਹੇਠ ਕੋਈ ਵੀ ਵਿਅਕਤੀ ਜਿਹੜੇ ਪਹਿਲਾਂ ਤੋਂ ਲੈ ਕੇ ਝੁੱਗੀਆਂ ਨੂੰ ਅੱਗ ਲਗਾਉਂਦੇ ਆ ਰਹੇ ਨੇ, ਜਿਨ੍ਹਾਂ ਦੇ ਪਿੱਛੇ ਬੜੇ ਵੱਡੇ ਰਾਜ ਨੇ, ਉਹ ਅਸੀਂ ਉਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ। ਕੋਈ ਆਤਿਸ਼ਬਾਜ਼ੀ 4 ਤਰੀਕ ਨੂੰ ਇੱਥੇ ਮੋਰਚਿਆਂ ਦੇ ਵਿੱਚ ਨਾ ਕੀਤੀ ਜਾਵੇ। ਇਹ ਵਾਂਸਾਂ ਦੀਆਂ ਝੁੱਗੀਆਂ ਬਣੀਆਂ ਨੇ, ਘਾਹ ਫੂਸ ਦੀਆਂ ਝੁੱਗੀਆਂ ਬਣੀਆਂ ਹੋਈਆਂ ਨੇ। ਕਹਿਣ ਤੋਂ ਭਾਵ ਅਸੀਂ ਸਾਰੇ ਪੈਟਰੋਲ 'ਤੇ ਬੈਠੇ ਹੋਏ ਹਾਂ। ਜਿਹੜੀ ਦੀਵਾਲੀ ਦੀ ਗੱਲ ਹੈ, ਦੀਵਾਲੀ ਸਾਡੀ ਕਿਸਾਨਾਂ ਦੀ ਉਹਨਾਂ ਚਿਰ ਕਾਹਦੀ ਦੀਵਾਲੀ ਹੈ? ਅਸੀਂ ਤਾਂ ਦੀਵਾਲੀ ਜਿੱਦਣ ਜਿੱਤ ਜਾਵਾਂਗੇ ਉਸ ਦਿਨ ਦੀਵਾਲੀ ਮਨਾਵਾਂਗੇ। ਉਸ ਤੋਂ ਪਹਿਲਾਂ ਮੈਂ ਸਮਝਣਾ ਵੀ ਸਾਡੀ ਦੀਵਾਲੀ ਮਨਾਉਣ ਦਾ ਕੋਈ ਜਾਣੀ ਕਿ ਵੀ ਚਾਅ ਨਹੀਂ ਹੈਗਾ ਸਾਡੇ ਮਨ ਵਿੱਚ, ਕਿਉਂਕਿ ਅੱਜ ਸਾਡੀਆਂ ਜ਼ਮੀਨਾਂ ਖੁੱਸਦੀਆਂ ਜਾ ਰਹੀਆਂ ਨੇ, ਸਾਡੀ ਜਵਾਨੀ ਅਤੇ ਕਿਸਾਨੀ ਖੁੱਸਦੀ ਜਾ ਰਹੀ ਹੈ। ਪਰ ਜੇ ਅਸੀਂ ਦੀਵਾਲੀ ਵਾਲੇ ਪਾਸੇ ਲੱਗਦੇ ਹਾਂ, ਇਹ ਸਾਰਾ ਕੁਝ ਪਟਾਕੇ ਚਲਾਉਣੇ ਆ, ਕੁਛ ਵੀ ਕਰਦੇ ਆ, ਜਿਹੜੇ ਸ਼ੁਰੂ ਤੋਂ ਰਹੁ ਰੀਤ ਬਣੀ ਹੋਈ ਆ। ਪਰ ਮੈਂ ਕਹਾਂਗਾ ਇਹ ਬੰਦੀ ਛੋੜ ਦਿਵਸ, ਕਿਉਂਕਿ ਉਸ ਦਿਨ ਤੋਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 52 ਰਾਜਿਆਂ ਨੂੰ ਜਾਣੀ ਕਿ ਵੀ ਰਿਹਾਅ ਕਰਵਾ ਕੇ ਲਿਆਏ, ਅਤੇ ਜਦੋਂ ਉਹ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਪਹੁੰਚੇ, ਉਸ ਸਮੇਂ 'ਤੇ ਘਿਓ ਦੇ ਦੀਵੇ ਜਗਾ ਕੇ ਦੀਪਮਾਲਾ ਕੀਤੀ ਗਈ। ਕਿਉਂਕਿ ਇਹ ਜਿਹੜੇ ਤਿਉਹਾਰ ਨੇ ਇਹ ਅਕਸਰ ਕਿਤੇ ਨਾ ਕਿਤੇ ਤਾਂ ਜ਼ਰੂਰ ਜੁੜਦੇ ਨੇ। ਪਰ ਅਸੀਂ ਕਹਾਂਗੇ ਵੀ ਅੱਜ ਇਕੱਲੇ ਪੰਜਾਬ ਦਾ ਕਿਸਾਨ ਹੀ ਨਹੀਂ, ਪੂਰੇ ਦੇਸ਼ ਦਾ ਕਿਸਾਨ ਜਿਹੜਾ ਹੈ ਉਹ ਦੀਵਾਲੀ ਨਹੀਂ ਮਨਾ ਰਿਹਾ। ਉਹਦੇ ਨਾ ਮਨਾਉਣ ਦਾ ਕਾਰਨ ਹੈ, ਅੱਜ ਦੀਵਾਲੀ ਤਾਂ ਉਹ ਲੋਕ ਮਨਾ ਰਹੇ ਨੇ ਜਿਹੜੇ ਕਾਰਪੋਰੇਟ ਘਰਾਣੇ ਨੇ, ਜਿਨ੍ਹਾਂ ਦੇ ਮਨ ਵਿੱਚ ਇਹ ਖਿਆਲ ਹੈ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਪੰਜਾਬ ਦੀਆਂ, ਹਰਿਆਣੇ ਦੀਆਂ ਜਾਂ ਪੂਰੇ ਦੇਸ਼ ਦੇ ਕਿਸਾਨਾਂ ਦੀਆਂ, ਉਹਨਾਂ ਦੇ ਹੱਥੀਂ ਕਿਵੇਂ ਆਉਣ, ਕਿਸ ਤਰੀਕੇ ਨਾਲ ਆ ਸਕਦੀਆਂ ਨੇ। ਜਿਵੇਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੁਹਾਡੇ ਸਾਹਮਣੇ ਭਾਈ ਸਾਹਿਬ, ਉਹਨਾਂ ਨੇ ਏਅਰਪੋਰਟ ਵੇਚ ਦਿੱਤਾ, ਰੇਲ ਮੰਤਰਾਲਾ ਵੇਚ ਦਿੱਤਾ, ਉਹ ਕੋਲਿਆਂ ਦੀ ਖਾਨ ਜਿਹੜੀ ਉਹ ਡਾਨੀਆਂ ਬਾਨੀਆਂ ਨੂੰ ਦੇ ਦਿੱਤੀ ਆ। ਬਹੁਤ ਕੁਛ ਜਿਹੜਾ ਹੈ ਉਹ ਡਾਨੀਆਂ ਬਾਨੀਆਂ ਦੇ ਹੱਥ ਵਿੱਚ ਦੇ ਦਿੱਤਾ। ਉਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ, ਉਹ ਕਾਰਪੋਰੇਟ ਘਰਾਣਿਆਂ ਦਾ ਪ੍ਰਧਾਨ ਮੰਤਰੀ ਹੈ। ਮੈਂ ਕਹਾਂਗਾ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਚੌਕੀਦਾਰ ਹਾਂ। ਚੌਕੀਦਾਰ ਪਿੰਡ ਦਾ ਰਖਵਾਲਾ ਹੁੰਦਾ, ਚੌਕੀਦਾਰ ਕਿਸੇ ਗੋਦਾਮ ਦਾ ਰਖਵਾਲਾ ਹੁੰਦਾ। ਇਹ ਚੌਕੀਦਾਰ ਦੇਸ਼ ਦਾ ਰਖਵਾਲਾ ਬਣ ਕੇ ਅੱਜ ਪੂਰਾ ਦੇਸ਼ ਹੀ ਵੇਚ ਰਿਹਾ। ਇਹ ਸਾਡਾ ਦੇਸ਼ ਨੂੰ ਮੋਦੀ ਨੇ ਕਿਹਾ ਸੀ ਡਿਜੀਟਲ ਇੰਡੀਆ, ਪਰ ਮੈਂ ਕਹਾਂਗਾ ਇਹ ਸੇਲ ਇੰਡੀਆ ਹੁੰਦਾ ਜਾ ਰਿਹਾ। ਸਾਰਾ ਕੁਝ ਵਿਕ ਰਿਹਾ ਤੁਹਾਡੇ ਸਾਹਮਣੇ, ਕੀ ਕੁਛ ਨਹੀਂ ਵਿਕਦਾ ਪਿਆ। ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਮਨ ਕੀ ਬਾਤ 1 ਹਫ਼ਤੇ ਬਾਅਦ ਸੁਣਾਉਂਦਾ, ਪਰ ਅਸੀਂ ਮਨ ਕੀ ਬਾਤ ਬਹੁਤ ਸੁਣੀ ਹੈ। ਹੁਣ ਅਸੀਂ ਦਿਲ ਦੀ ਬਾਤ ਸੁਣਨੀ ਚਾਹੁੰਦੇ ਹਾਂ ਵੀ ਤੁਹਾਡੇ ਦਿਲ ਦੀ ਬਾਤ ਕੀ ਹੈ। ਕਿਸਾਨਾਂ ਨੂੰ
11 ਮਹੀਨਿਆਂ ਤੋਂ ਉੱਪਰ ਇਹਨਾਂ ਬਾਰਡਰਾਂ ਤੇ ਬੈਠਿਆਂ ਨੂੰ ਹੋ ਗਏ ਨੇ। ਅਜੇ ਤੱਕ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਤੋਂ ਕੋਈ ਗੱਲ ਨਹੀਂ ਨਿਕਲੀ। ਲਖੀਮਪੁਰ ਖੀਰੀ ਦੇ ਵਿੱਚ ਬੀਜੇਪੀ ਦੇ ਗੁੰਡਿਆਂ ਨੇ ਔਰ ਰਾਜ ਗ੍ਰਹਿ ਮੰਤਰੀ ਦੇ ਬੇਟੇ ਮੋਨੂ ਮਿਸ਼ਰਾ ਨੇ ਸਾਡੇ ਕਿਸਾਨਾਂ ਤੇ ਗੱਡੀਆਂ ਚੜਾ ਕੇ ਕੁਚਲ ਕੇ ਸ਼ਹੀਦ ਕਰ ਦਿੱਤਾ। ਅਜੇ ਤੱਕ ਮੋਦੀ ਬੋਲਿਆ ਨਹੀਂ। ਦੂਜੇ ਪਾਸੇ ਟਿੱਕਰੀ ਬਾਰਡਰ ਤੇ ਸਾਡੀਆਂ ਮਾਤਾਵਾਂ ਜਿਹੜੀਆਂ ਸੀ ਉਹ ਇੱਕ ਟਿੱਪਰ ਦੇ ਥੱਲੇ ਦੇ ਕੇ ਕੁਚਲੀਆਂ ਗਈਆਂ। ਅਜੇ ਤੱਕ ਮੋਦੀ ਬੋਲਿਆ ਨਹੀਂ। ਮੈਂ ਸਮਝਣਾ ਕਿ ਮੋਦੀ ਨੂੰ ਬਿਲਕੁਲ ਦਰਦ ਨਹੀਂ ਹੈਗਾ। ਅਸੀਂ ਉਹ ਅੰਨਦਾਤਾ ਜਿਹੜਾ ਅਨਾਜ ਪੈਦਾ ਕਰਕੇ ਸਾਰੀ ਦੁਨੀਆ ਦੇ ਪੂਰੇ ਦੇਸ਼ ਦੇ ਦੇਸ਼ਾਂ ਵਿਦੇਸ਼ਾਂ ਦੇ ਮੂੰਹ ਵਿੱਚ ਪਾਉਂਦੇ ਹਾਂ। ਪਰ ਅੱਜ ਭੁੱਲ ਚੁੱਕਾ ਦੇਸ਼ ਦਾ ਪ੍ਰਧਾਨ ਮੰਤਰੀ। ਇਹਨੇ ਕਿਹਾ ਸੀ, ਮੇਰੇ बहनों और भाइयों, तुम्हारे खाते में मेरी जब सरकार आएगी 15-15 लाख रुपया होगा। क्या मेरे किसान बैठे ने, किसी को आया 15 लाख रुपया खाते च? भाइयों और बहनों, मेरी सरकार होगी तो मैं कर्जा मुक्त किसानों को करांगा। आज तक किसी ने कर्जा मुक्त किया? उसी तरह आज ਤੁਹਾਡੇ ਸਾਹਮਣੇ 7 ਸਾਲ ਤੋਂ ਉੱਪਰ ਮੋਦੀ ਦੀ ਸਰਕਾਰ ਨੂੰ ਚੱਲਦਿਆਂ ਹੋ ਗਏ ਨੇ। ਇੱਕ ਵੀ ਕਿਸਾਨ ਦਾ ਕਰਜ਼ਾ ਜਿਹੜਾ ਉਹ ਮਾਫ ਨਹੀਂ ਕੀਤਾ ਹੈਗਾ, ਮੁਕਤ ਨਹੀਂ ਕੀਤਾ ਹੈਗਾ। ਦੇਸ਼ ਦਾ ਪ੍ਰਧਾਨ ਮੰਤਰੀ ਕਰਜ਼ਾ ਤਾਂ ਮਾਫ ਕੀ ਕਰਨਾ ਸੀ, ਸਾਡੇ ਖਾਤਿਆਂ ਵਿੱਚ 15-15 ਲੱਖ ਤੱਕ ਕੀ ਦੇਣਾ ਸੀ। ਜਿੰਨੇ ਵੀ ਵਾਅਦੇ ਕੀਤੇ ਸਾਰੇ ਝੂਠੇ ਵਾਅਦੇ ਕੀਤੇ। ਇਹਨਾਂ ਵਾਅਦਿਆਂ ਦੇ ਨਾਲ ਹੀ ਲੋਕਾਂ ਨੇ ਵੋਟਾਂ ਪਾਈਆਂ ਸੀ। ਅੱਜ ਇਹ ਵੋਟਾਂ ਲੈ ਕੇ ਔਰ ਕੁਰਸੀ ਤੇ ਬੈਠ ਕੇ, ਸੱਤਾ ਤੇ ਬੈਠ ਕੇ ਉਹ ਸਾਰਾ ਕੁਝ ਭੁੱਲ ਚੁੱਕੇ ਨੇ। ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਚਿਹਰਾ ਹੁੰਦਾ। ਅੱਜ ਤੁਹਾਡੇ ਸਾਹਮਣੇ ਜਦੋਂ ਤੋਂ ਲੈ ਕੇ ਅੰਦੋਲਨ ਚੱਲਦਾ, ਕਦੀ ਵੀ ਮੋਦੀ ਬਾਹਰ ਨਹੀਂ ਜਾ ਸਕਿਆ। ਜੇ ਇੱਕ ਦੋ ਵਾਰ ਹੁਣ ਗਿਆ ਅਮਰੀਕਾ ਵਗੈਰਾ ਦੇਸ਼ਾਂ ਦੇ ਵਿੱਚ, ਉੱਥੇ ਬੇਇੱਜ਼ਤੀ ਕਰਵਾ ਕੇ ਆਇਆ। ਇੱਕ ਬੜੀ ਵਿਲੱਖਣ ਗੱਲ ਉੱਥੇ ਸਾਹਮਣੇ ਆਈ ਹੈ। ਜਦੋਂ ਉੱਥੋਂ ਦੀ ਪਾਰਲੀਮੈਂਟ ਵਿੱਚ ਬੈਠਾ ਸੀ ਅਮਰੀਕਾ ਦੇ ਵਿੱਚ, ਤੇ ਬਾਹਰੋਂ ਸਾਡੇ ਕਿਸਾਨਾਂ ਨੇ ਇੱਕ ਮੰਗ ਪੱਤਰ ਭੇਜਿਆ। ਉਸ ਮੰਗ ਪੱਤਰ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹ ਤਾਂ ਗੋਧਰਾ ਕਾਂਡ ਦਾ ਦੋਸ਼ੀ ਹੈ ਔਰ ਅਮਰੀਕਾ ਦੇ ਵਿੱਚ ਆਉਣਾ ਨੂੰ ਮਨ੍ਹਾ ਕੀਤਾ ਹੋਇਆ। ਇਹ ਦੁਬਾਰਾ ਇੱਥੇ ਕਿਉਂ ਬੁਲਾਇਆ ਗਿਆ? ਜਦੋਂ ਮੰਗ ਪੱਤਰ ਅੰਦਰ ਪੜ੍ਹ ਕੇ ਸੁਣਾਇਆ ਗਿਆ ਤੇ ਦੱਸਿਆ ਜਾ ਰਿਹਾ ਸੀ ਕਿ ਅੰਦਰੋਂ ਬਹੁਤ ਸਾਰੇ ਲੋਕ ਪਾਰਲੀਮੈਂਟ ਵਿੱਚ ਉੱਠ ਕੇ ਬਾਹਰ ਚਲੇ ਗਏ। ਇਹ ਥੋੜ੍ਹੀ ਬੇਇੱਜ਼ਤੀ ਆ? ਹੁਣ ਵੀ ਆ ਕਿਸੇ ਦੇਸ਼ ਦੇ ਵਿੱਚ ਗਿਆ, ਉੱਥੇ ਵੀ ਇਹਦੀ ਬੇਇੱਜ਼ਤੀ ਹੋਈ ਆ। ਕਿਸੇ ਕੇਂਦਰੀ ਮੰਤਰੀ ਨੇ ਆ ਥੋੜ੍ਹੇ ਦਿਨ ਪਹਿਲਾਂ ਕਿਸੇ ਆਪਣੇ ਸਟੇਟ ਵਿੱਚ ਜਾ ਕੇ ਕਿਹਾ, ਮਹਾਰਾਸ਼ਟਰ ਕੇ ਰਾਜਸਥਾਨ ਦੇ ਵਿੱਚ, ਕਿ ਜੋ ਕਿਸਾਨ ਬੈਠੇ ਨੇ ਇੱਥੇ ਮੋਰਚਿਆਂ ਦੇ ਵਿੱਚ, ਉਹ ਜਾਣੀ ਕਿ ਨਕਲੀ ਨੇ। ਮੈਂ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਹਾਂ, ਕਿ ਉਹ ਵੀ ਸਾਡਾ ਨਕਲੀ ਹੈ। ਜਿੰਦਾ ਤੁਸੀਂ ਪ੍ਰਸ਼ਾਦਾ ਛਕਦੇ ਹੋ, ਰੋਟੀ ਖਾਂਦੇ ਹੋ, ਸਾਰਾ ਕੁਝ ਖਾਂਦੇ ਹੋ, ਕਿ ਸਾਡੇ ਚੌਲ ਵੀ ਨਕਲੀ ਨੇ? ਕਿ ਸਾਡੀ ਕਣਕ ਵੀ ਨਕਲੀ ਹੈ? ਨਰਮਾ, ਕਪਾਹ, ਗੰਨਾ, ਜਦੋਂ ਸ਼ੂਗਰ ਤਿਆਰ ਹੁੰਦੀ, ਖੰਡ ਤਿਆਰ ਹੁੰਦੀ ਹੈ, ਕਿ ਉਹ ਵੀ ਸਾਡਾ ਨਕਲੀ ਹੈ? ਫਿਰ ਤੁਸੀਂ ਖਾਣਾ ਪੀਣਾ ਹੀ ਛੱਡ ਦਿਓ, ਫਿਰ ਤੁਹਾਨੂੰ ਦੇਖਾਂਗੇ ਵੀ ਕਿਸਾਨ ਅਸਲੀ ਕਿ ਕਿਸਾਨ ਨਕਲੀ ਹੈ। ਕਿਸਾਨ ਅੱਜ ਵੀ ਅਸਲੀ ਹੈ, ਕਿਸਾਨ ਕੱਲ੍ਹ ਵੀ ਅਸਲੀ ਸੀ ਤੇ ਰਹਿੰਦੀ ਦੁਨੀਆ ਤੱਕ ਅਸਲੀ ਰਹੇਗਾ। ਇਹ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ 'ਚ ਖੇਤੀ ਕੀਤੀ ਹੈ 17 ਸਾਲ ਤੋਂ ਵੱਧ। ਉੱਥੇ ਇੱਕ ਸਾਨੂੰ ਅਗਾਹ ਕੀਤਾ ਹੈ ਸ਼ਬਦ ਬੋਲ ਕੇ, ਉੱਤਮ ਖੇਤੀ ਮੱਧਮ ਵਪਾਰ, ਨਖਿੱਧ ਚਾਕਰੀ, ਭੀਖ ਮੰਗੇ ਗਵਾਰ। ਉਹਨਾਂ ਨੇ ਖੇਤੀ ਨੂੰ ਉੱਤਮ ਕਿਹਾ। ਖੇਤੀ ਹਮੇਸ਼ਾ ਉੱਤਮ ਰਹੇਗੀ। ਇੱਦਾਂ ਦੇ ਛੜਯੰਤਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਦੇਸ਼ ਦਾ ਪ੍ਰਧਾਨ ਮੰਤਰੀ ਜਿੰਨੇ ਮਰਜ਼ੀ ਕਰ ਰਹੇ, ਇਹ ਫਿਰ ਵੀ ਖੇਤੀ ਜਿਹੜੀ ਹੈ ਇਹ ਉੱਤਮ ਲੈਣੀ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਲੋੜ ਸੀ ਬੁੱਢੇ ਬਾਰੇ? ਉਹ ਵੀ ਕੋਈ ਆਪਣਾ ਮੌਲ ਖੋਲ੍ਹ ਸਕਦੇ ਸੀ, ਉਹ ਵੀ ਕੋਈ ਆਪਣੀ ਦੁਕਾਨ ਖੋਲ੍ਹ ਸਕਦੇ ਸੀ, ਪਰ ਉਹਨਾਂ ਨੇ ਇਹ ਕੁਛ ਨਹੀਂ ਕੀਤਾ। ਉਹਨਾਂ ਨੇ 10 ਨੋਹਾਂ ਦੀ ਕਿਰਤ ਕਰਨ ਵਾਸਤੇ ਸਾਨੂੰ ਜਿਹੜਾ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਦੇ ਮੁਤਾਬਕ ਅਸੀਂ ਚੱਲਦੇ ਆ ਰਹੇ ਹਾਂ। ਇਹ ਖੇਤੀ ਹਮੇਸ਼ਾ ਉੱਤਮ ਰਹੇਗੀ, ਭਾਵੇਂ ਇਹ ਲੋਕ ਕਿੰਨੀ ਮਰਜ਼ੀ ਮੱਧਮ ਕਰਨ ਔਰ ਵਪਾਰ ਨੂੰ ਉੱਪਰ ਚੱਕਣ, ਪਰ ਫਿਰ ਵੀ ਗੁਰੂ ਨਾਨਕ ਪਾਤਸ਼ਾਹ ਦੇ ਕਹੇ ਹੋਏ ਬੋਲ, ਖੇਤੀ ਨੇ ਉੱਤਮ ਰਹਿਣਾ। ਇਹ ਜਿਹੜੀ ਨੌਕਰੀ ਚਾਕਰੀ ਹੈਗੀ ਹੈ, ਇਹਨੇ ਮੱਧਮ ਰਹਿਣਾ। ਕਿਉਂਕਿ ਸਮੇਂ ਦੇ ਅਨੁਸਾਰ ਬਹੁਤ ਸਾਰੇ ਅੰਦੋਲਨ ਹੋਏ ਹੋਣਗੇ, ਪਰ ਮੈਂ ਸਮਝਾਂਗਾ, ਮੈਂ ਆਪਣੀ ਜ਼ਿੰਦਗੀ ਦੇ ਵਿੱਚ, ਭਾਵੇਂ ਮੇਰੇ ਬਜ਼ੁਰਗ ਕੋਲ ਬੈਠੇ ਹੋਏ ਨੇ, ਇਹਨਾਂ ਵੀ ਇੱਦਾਂ ਦਾ ਅੰਦੋਲਨ ਜ਼ਿੰਦਗੀ ਵਿੱਚ ਨਹੀਂ ਦੇਖਿਆ ਹੋਣਾ। ਇਹ ਦੁਨੀਆ ਦਾ ਪਹਿਲਾ ਔਰ ਆਖਰੀ ਅੰਦੋਲਨ ਹੈ। ਇਹ ਸਾਡੇ ਵਾਸਤੇ ਓਨਾ ਹੀ ਜਿੱਤਣਾ ਜ਼ਰੂਰੀ ਹੈ ਜਿੰਨਾ ਸਵੇਰੋਂ ਲੈ ਕੇ ਸ਼ਾਮ ਤੱਕ ਪ੍ਰਸ਼ਾਦਾ ਛਕਣਾ ਜ਼ਰੂਰੀ ਹੈ। ਕਿਉਂਕਿ ਇਸ ਅੰਦੋਲਨ ਦੇ ਵਿੱਚ ਸਾਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਿਆ। ਕਈ ਵਾਰ ਸਾਡੇ ਘਰ ਬੈਠੇ ਫੇਸਬੁੱਕੀ ਵਿਦਵਾਨ ਇਹ ਗੱਲ ਕਹਿ ਦਿੰਦੇ ਨੇ ਵੀ ਅੰਦੋਲਨ ਵਿੱਚ ਹੁਣ ਤੱਕ ਮਿਲਿਆ ਕੀ ਆ, ਪਰ ਮੈਂ ਸਮਝਾਂਗਾ ਅੰਦੋਲਨ ਵਿੱਚ ਬਹੁਤ ਕੁਝ ਮਿਲਿਆ। ਜੇ ਅੰਦੋਲਨ ਨਾ ਲੱਗਦਾ, ਮੋਰਚੇ ਨਾ ਖੋਲ੍ਹਦੇ ਕਿਸਾਨਾਂ ਦੇ, ਤੇ ਹੁਣ ਨੂੰ ਕਾਨੂੰਨ ਲਾਗੂ ਹੋ ਜਾਂਦੇ। ਜਿਹੜਾ ਤੇਲ ਸਰੋਂ ਦਾ ਅੱਜ ਤੁਹਾਨੂੰ 200 ਰੁਪਏ ਲੀਟਰ ਮਿਲਦਾ, ਇਹੋ ਹੀ ਕਣਕ ਦਾ ਆਟਾ, ਇਹੋ ਹੀ ਚੌਲ,
ਇਹੋ ਹੀ ਹੋਰ ਚੀਜ਼ਾਂ ਜਿਹੜੀਆਂ ਦਾਲਾਂ ਵਗੈਰਾ ਜੋ ਅਨਾਜ ਆਪਾਂ ਪੈਦਾ ਕਰਦੇ ਆ 200 ਰੁਪਏ ਤੋਂ ਲੈ ਕੇ 250 ਰੁਪਏ ਪ੍ਰਤੀ ਕਿਲੋ ਤੱਕ ਤੁਹਾਨੂੰ ਮਿਲਣਾ ਸੀਗਾ। ਇਹ ਕਿਸਾਨ ਅੰਦੋਲਨ ਦੀ ਬੜੀ ਵੱਡੀ ਜਿੱਤ ਹੈ। ਆਉਣ ਵਾਲੇ ਸਮੇਂ ਦੇ ਵਿੱਚ ਘਬਰਾਓ ਨਾ, ਦ੍ਰਿੜਤਾ ਤੇ ਵਿਸ਼ਵਾਸ ਨਾਲ ਹਮੇਸ਼ਾ ਜਿੱਤਿਆ ਜਾਂਦਾ ਹੈ। ਜ਼ਬਰ ਦਾ ਟੱਕਰਾ ਸਾਡੇ ਗੁਰੂਆਂ ਨੇ ਵੀ ਸਬਰ ਨਾਲ ਕੀਤਾ ਹੈ, ਅਸੀਂ ਵੀ ਸਬਰ ਨਾਲ ਕਰਾਂਗੇ, ਕਿਉਂਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਤਵੀ ਤੇ ਬੈਠਣਾ ਪਿਆ। ਨੌਵੇਂ ਪਾਤਸ਼ਾਹ ਨੂੰ ਧਰਮ ਦੀ ਖਾਤਰ ਆਪਣਾ ਸੀਸ ਬਲੀਦਾਨ ਚਾਂਦਨੀ ਚੌਂਕ ਦਿੱਲੀ ਵਿੱਚ ਦੇਣਾ ਪਿਆ। ਅਸੀਂ ਉਹਨਾਂ ਦੇ ਬਣਾਏ ਹੋਏ ਫਲਸਫੇ ਦੇ ਉੱਪਰ, ਉਹਨਾਂ ਦੇ ਸਿਧਾਂਤਾਂ ਦੇ ਮੁਤਾਬਕ ਸਾਰੇ ਚੱਲਦੇ ਪਏ ਹਾਂ। ਏਕੇ ਨਾਲ ਅਟੱਲ ਜਿੱਤਾਂਗੇ, ਅੱਜ ਨਹੀਂ ਤੇ ਕੱਲ੍ਹ ਜਿੱਤਾਂਗੇ। ਜਿੱਤ ਸਾਡੀ ਜ਼ਰੂਰ ਹੋਵੇਗੀ, ਸਾਨੂੰ ਦ੍ਰਿੜਤਾ ਤੇ ਵਿਸ਼ਵਾਸ ਰੱਖਣਾ ਪਏਗਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।